ਵਾਹਿਗੁਰੂ जी का खालसा वाहिगुरू जी की फतेह। वर्ल्ड न्यूज़ देख रहे ਸਾਰੇ ਦਰਸ਼ਕਾਂ ਦਾ ਸਵਾਗਤ ਹੈ। मैं हाँ गुरिंदर सिंह। खबरों की शुरुआत कर लेंगे हैं हैडलाइनस के नाल। ਇਕਵਾਡੋਰ ਦੇ ਵਿੱਚ ਹਾਲਾਤ ਚਿੰਤਾਜਨਕ। ਗੈਂਗਸਟਰਾਂ ਦੀ ਭਾਲ ਦੇ ਵਿੱਚ ਫੌਜ ਨੇ ਕਾਰਵਾਈਆਂ ਕੀਤੀਆਂ ਸ਼ੁਰੂ। ਗਸ਼ਤ ਦੌਰਾਨ 30 ਲੋਕਾਂ ਨੂੰ ਕੀਤਾ ਗ੍ਰਿਫਤਾਰ। नवाज शरीफ की धी मरीम नवाज ने इमरान खान की पार्टी उत्ते साधिया निशाना। कहा अतवादी पार्टी होने कारण PTI नूं उसके चोण निशान तो किया गया वांझा। रूस और यूक्रेन जंग के कारण बुनियादी सहूलतों तो वांझे हुए यूक्रेन के 1 करोड़ लोग। संयुक्त राष्ट्र ने यूक्रेन के लोगों और शरणार्थियों की मदद लई $4.2 अरब देने की की अपील। पंजाब दे वांग जर्मनी दे विच भी किसानां ने ट्रैक्टरां नाल कीता प्रदर्शन। राजधानी बर्लिन समेत देश दे होर वड्डे शहरां विच सड़कां कीतीआं जाम। ते हुण खबरां विस्तार दे नाल। सब तो पहलां गल करदे हां घरेलू हिंसा दे नाल जूझ रहे मुल्क इक्वाडोर दी, जिथे हाल ही दे विच नवीं बनी सरकार इत्थे सरगर्म गैंगां नूं नेस्तो नाबूद करना चाहुंदी है, पर यह गैंग सरकार उत्ते ही भारी पै रहे ने। लगातार वध रहीआं समाज विरोधी कार्रवाइयां नूं रोकण दे लई फौज दे वल्लों बीते दिनी गश्त कीती गई, पर फौज दे हत्थ कुछ खास नहीं लग्या। इस संबंधी वेख लैंदे एक खास रिपोर्ट। इक्वाडोर दे विच हालात खराब ने। ड्रग दे नाल संबंधित गैंग काफ़ी सरगर्म ने। ਵੱਡੇ ਬੰਦਰਗਾਹ ਵਾਲੇ ਸ਼ਹਿਰ ਗੁਆਇਕਿਲ ਦੇ ਵਿੱਚ ਸੜਕਾਂ ਉੱਤੇ ਚੁੱਪ ਪਸਰੀ ਹੋਈ ਹੈ, ਕਿਉਂਕਿ ਇਕਵਾਡੋਰ ਦੀ ਫੌਜ ਅਪਰਾਧੀਆਂ ਦੀ ਭਾਲ ਦੇ ਵਿੱਚ ਰਾਤ ਨੂੰ ਸੜਕਾਂ ਉੱਤੇ ਗਸ਼ਤ ਕਰ ਰਹੀ ਹੈ। ਦੱਸ ਦਈਏ ਕਿ ਇਹ ਗੈਂਗ ਮੁਲਕ ਦੇ ਪ੍ਰਸ਼ਾਸਨ ਵਿਰੁੱਧ ਖੁੱਲੀ ਲੜਾਈ ਲੜ ਰਹੇ ਨੇ। ਹਾਲ ਹੀ ਦੀ ਸ਼ਾਮ ਨੂੰ ਪੁਲਿਸ ਅਧਿਕਾਰੀਆਂ ਦੇ ਨਾਲ ਲਗਭਗ 30 ਸਿਪਾਹੀਆਂ ਨੇ ਪਾਸਕੁਏਲਸ ਦੀਆਂ ਹਨੇਰੀਆਂ ਗਲੀਆਂ ਦੇ ਵਿੱਚ ਗਸ਼ਤ ਕੀਤੀ। ਲਗਭਗ 1 ਹਫ਼ਤਾ ਪਹਿਲਾਂ ਕੋਨੇਰੋਸ ਗੈਂਗ ਦੇ ਨੇਤਾ ਅਡੋਲਫੋ ਮੈਸੀਅਸ ਦੇ ਜੇਲ੍ਹ ਤੋਂ ਭੱਜਣ ਤੋਂ ਬਾਅਦ ਮਾਹੌਲ ਹੋਰ ਵੀ ਖਰਾਬ ਹੋ ਚੁੱਕਿਆ ਹੈ। ਫਿਟੋ ਇਕੁਏਟਰ, ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੇਂਦਰ ਬਣ ਗਿਆ ਹੈ। ਇਹ ਗੈਂਗ, ਜਿਨ੍ਹਾਂ ਦੀ ਗਿਣਤੀ ਲਗਭਗ 20,000 ਤੋਂ ਵੱਧ ਹੈ, ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਹੁਣ ਆਮ ਨਹੀਂ ਰਹੀਆਂ। ਇਹ ਗਿਰੋਹ ਸਰਕਾਰੀ ਅਫਸਰਾਂ ਦੇ ਕਤਲੋਗਾਰਤ ਵਿੱਚ ਲੱਗੇ ਹੋਏ ਨੇ ਅਤੇ ਕਿਡਨੈਪਿੰਗਾਂ ਦਾ ਦੌਰ ਵੀ ਜਾਰੀ ਹੈ। ਪਿਛਲੇ ਦਿਨਾਂ ਦੌਰਾਨ ਦੇਸ਼ ਦੇ ਵਿੱਚ ਇਹਨਾਂ ਗੈਂਗਾਂ ਨੇ ਕਥਿਤ ਤੌਰ ਉੱਤੇ ਲੜੀਵਾਰ ਧਮਾਕੇ ਵੀ ਕੀਤੇ, ਜਿਸ ਕਾਰਨ ਆਮ ਲੋਕਾਂ ਵਿੱਚ ਵੀ ਕਾਫੀ ਦਹਿਸ਼ਤ ਹੈ। ਨਵੀਂ ਚੁਣੀ ਗਈ ਸਰਕਾਰ ਦੇ ਰਾਸ਼ਟਰਪਤੀ ਡੈਨੀਅਲ ਨੋਬੋਆ ਨੇ ਇਹਨਾਂ ਗੈਂਗਾਂ ਨੂੰ ਖਤਮ ਕਰਨ ਲਈ ਆਪਣੀ ਵਿਉਂਤਬੰਦੀ ਕੀਤੀ ਹੋਈ ਹੈ, ਅਤੇ ਜਿਸ ਕਾਰਨ ਸਰਕਾਰ ਅਤੇ ਗੈਂਗਾਂ ਦੇ ਵਿਚਕਾਰ ਲੜਾਈ ਆਮੋ ਸਾਹਮਣੇ ਹੋ ਰਹੀ ਹੈ। ਰਾਸ਼ਟਰਪਤੀ ਡੈਨੀਅਲ ਨੋਬੋਆ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੋਇਆ ਹੈ ਅਤੇ ਫੌਜ ਨੂੰ ਇਹਨਾਂ ਅਪਰਾਧਿਕ ਗਿਰੋਹਾਂ ਨੂੰ ਬੇਅਸਰ ਕਰਨ ਦਾ ਹੁਕਮ ਦਿੱਤਾ, ਜਿਸ ਦੇ ਲਈ ਫੌਜ ਕਾਫੀ ਸਰਗਰਮੀ ਵਿਖਾ ਰਹੀ ਹੈ। ਹਾਲਾਂਕਿ ਇਸ ਖਾਸ ਰਾਤ ਨੂੰ ਪਾਸਕੁਏਲਸ ਦੇ ਵਿੱਚ ਕੁਝ ਖਾਸ ਹਲਚਲ ਨਹੀਂ ਹੋਈ, ਪਰ ਨਕਾਬਪੋਸ਼ ਚਿਹਰਿਆਂ ਵਾਲੇ ਹਥਿਆਰਬੰਦ ਸਿਪਾਹੀਆਂ ਦੇ ਨਾਲ ਭਰੇ 3 ਟਰੱਕਾਂ ਦੇ ਕਾਫਲੇ ਨੇ 2 ਪੁਲਿਸ ਕਾਰਾਂ ਦੇ ਨਾਲ ਰਾਤ 11 ਵਜੇ ਕਰਫਿਊ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਆਪਣੀ ਗਸ਼ਤ ਸ਼ੁਰੂ ਕਰ ਦਿੱਤੀ, ਜਦੋਂ ਕਿ ਮੁੱਖ ਸੜਕਾਂ ਉੱਤੇ ਕੁਝ ਹੀ ਕਾਰਾਂ ਦਿਖਾਈ ਦੇ ਰਹੀਆਂ ਸਨ। ਇਸ ਗਿਰੋਹ ਦੇ ਮੁੱਖ ਖੇਤਰ ਦੇ ਵਿੱਚ ਕਰਫਿਊ ਦੀ ਸਖਤੀ ਦੇ ਨਾਲ ਪਾਲਣਾ ਕੀਤੀ ਜਾ ਰਹੀ ਹੈ। ਗਸ਼ਤ ਦੀ ਅਗਵਾਈ ਕਰਨ ਵਾਲੇ 5ਵੀਂ ਇਨਫੈਂਟਰੀ ਬ੍ਰਿਗੇਡ ਦੇ ਕੈਪਟਨ ਕਾਰਲੋਸ ਜੈਨਫੇ ਨੇ ਕਿਹਾ ਹੈ ਕਿ ਪਾਸਕੁਏਲਸ ਦੇ ਇਸ ਸੈਕਟਰ ਦੇ ਵਿੱਚ ਅਸੀਂ ਸੰਗਠਿਤ ਅਪਰਾਧੀਆਂ ਦੇ ਸਮੂਹਾਂ ਦੀ ਮੌਜੂਦਗੀ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇਹ ਕਾਫਲਾ ਹਨੇਰੀਆਂ ਗਲੀਆਂ ਵਿੱਚੋਂ ਹੌਲੀ-ਹੌਲੀ ਅੱਗੇ ਵਧਿਆ। ਫਿਰ ਸਿਪਾਹੀ ਅਚਾਨਕ ਆਪਣੇ ਵਾਹਨਾਂ ਤੋਂ ਛਾਲ ਮਾਰ ਕੇ ਇੱਕ ਫੁੱਟਪਾਥ ਉੱਤੇ ਗੱਲਬਾਤ ਕਰ ਰਹੇ 2 ਆਦਮੀਆਂ ਕੋਲ ਪਹੁੰਚੇ। ਇਹਨਾਂ ਸ਼ੱਕੀ ਆਦਮੀਆਂ ਨੂੰ ਇੱਕ ਕੰਧ ਦੇ ਨਾਲ ਖੜਨ ਲਈ ਕਿਹਾ ਗਿਆ। ਇਸ ਦੌਰਾਨ ਥੱਪੜ ਵੀ ਮਾਰਿਆ ਗਿਆ। ਫਿਰ ਉਹਨਾਂ ਦੀਆਂ ਟੀ-ਸ਼ਰਟਾਂ ਨੂੰ ਉਹਨਾਂ ਦੇ ਸਰੀਰਾਂ ਉੱਤੇ ਉੱਚਾ ਕੀਤਾ ਗਿਆ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਹਥਿਆਰ ਨਹੀਂ ਛੁਪਾ ਰਹੇ। ਪੁਲਿਸ ਨੇ ਉਹਨਾਂ ਦੀਆਂ ਜੁੱਤੀਆਂ ਤੱਕ ਚੈੱਕ ਕੀਤੀਆਂ। ਇਸ ਤੋਂ ਬਾਅਦ ਫੌਜ ਨੇ ਸ਼ੱਕੀਆਂ ਨੂੰ ਫੜ ਕੇ ਆਪਣੇ ਟਰੱਕਾਂ ਵਿੱਚ ਚੜ੍ਹਾ ਦਿੱਤਾ। ਜੈਨਫੇ ਨੇ ਕਿਹਾ ਹੈ ਕਿ ਅਸੀਂ ਪੈਸਕੁਏਲਸ ਦੇ ਇਸ ਸੈਕਟਰ ਦੇ ਵਿੱਚ ਵੱਖ-ਵੱਖ ਸੁਰੱਖਿਆ ਕਾਰਵਾਈਆਂ ਕੀਤੀਆਂ। ਫਿਕਸ ਪੁਆਇੰਟਾਂ ਦੀ ਜਾਂਚ ਦੌਰਾਨ 25 ਗੱਡੀਆਂ ਜ਼ਬਤ ਕੀਤੀਆਂ ਗਈਆਂ ਅਤੇ ਲਗਭਗ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਜੇਐਨਫੀ ਨੇ ਕਿਹਾ ਹੈ ਕਿ ਅੱਜ ਸ਼ਾਮ ਇਹ ਮੁੱਖ ਤੌਰ ਉਤੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਫੜਨ ਦਾ ਮਾਮਲਾ ਸੀ, ਪਰ ਕਿਸੇ ਵੀ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਪਰ ਕਾਰਵਾਈ ਜਾਰੀ ਰਹੇਗੀ। ਬਿਊਰੋ ਰਿਪੋर्ट। पाकिस्तान मुस्लिम लीग नवाज की सीनियर लीडर और साबका प्रधानमंत्री नवाज शरीफ की धी मरीम नवाज ने सोमवार को कहा है कि इमरान खान की पार्टी पाकिस्तान तहरीक इंसाफ पार्टी दे अतवादी पार्टी होने कारण ही उसनूं चोण निशान क्रिकेट बल्ले तो भी वांझा किया गया। लाहौर तो लगभग 125 किलोमीटर दूर उकाड़ा शहर के विच PMLN की पहली चोण रैली नूं संबोधन करदिआं मरीम ने इमरान की पार्टी नूं चोण निशान तो वांझे करन दे चीफ जस्टिस काजी फैज़ ईसा के फैसले का पूरा समर्थन किया। जिक्रयोग है कि सुप्रीम कोर्ट ने पिछले शनिवार नूं पाकिस्तान चोण कमीशन के 22 दसंबर के उस फैसले नूं बरकरार रखिया जिस दे विच इमरान की पार्टी नूं पारदर्शी ढंग दे नाल संगठनात्मक चोणां करवाउण विच सफल रहण लई उसदे चोण निशान तो वांझे कर दिता गया सी। और मैं इनको कहना चाहती हूं कि अपने वकीलों को समझाओ, अपने वकला को कहो तैयारी करके अदालत जाया करें, क्योंकि अब सास से फोन करवा के फैसले लेने की सहूलत मयसर नहीं है। अब फैसले या आवाम की अदालत करेगी या कानून करेगा, लॉ करेगा। अब मदर इन लॉ के फोन से फैसले की सहूलत मयसर नहीं है। तमाम दुनिया ने काजी फाइज ईसा की अदालत में लाइव देखा कि अदालत जवाब मांगती रही, इनके पास जवाब नहीं था कि अपने इंट्रा पार्टी इलेक्शन में धांधली क्यों की। इन्होंने समझ लिया हर जगह धांधली चल जाएगी। हजारों के हिसाब से उम्मीदवार थे, इतना वोटर नहीं था जितना उम्मीदवार था, और सबके सबको बिला मुकाबला मुंतखब करा लिया। ये कौन सी जमहूरियत में होता है उकाड़ा वालों, जरा मुझे बताओ। और फिर अदालत ने कहा कि सबसे इतनी लंबी लंबी आपने फीस ली है, वो फीस की जरा कोई रसीद दिखा दो। एक जज साहबा ने कहा कि दूसरों से तो रसीदें मांगते हो, अपनी कोई रसीद है तो दिखा दो। कोई रसीद होती तो दिखाते। और आप जालसाजी करोगे और पूरी दुनिया टीवी पर आपकी जालसाजी को देखेगी, रंगे हाथों पकड़े जाओगे। इस्लामाबाद या किसी और शहर की बजाय KPK के एक छोटे से गांव में अपने इलेक्शन मुनक्किद कराओगे, जाली इलेक्शन, और सोचोगे कि इलेक्शन कमीशन या अदालत आके आपके गले में हाथ डालेगी। बात यह कि कहता था कि नवाज शरीफ को अंपायर साथ मिलाकर खेलने की आदत है। अभी कल परसों मौका मिला तो टीवी पे ये फितना कह रहा था कि नवाज शरीफ को अंपायर साथ मिलाकर खेलने की आदत है। नवाज शरीफ के अंपायर ये मेरे सामने खड़े हैं। तुमने जितनी मर्तबा नवाज शरीफ को निकाला, अल्लाह के फजल से ये एम्पायर उसको वापस लेकर आए, और अब चौथी बार भी लेकर आएंगे इंशाल्लाह। तुम जो नवाज शरीफ पर इल्जाम लगाते थे, तुम्हारा इल्जाम कुदरत ने उठाकर तुम्हारे मुंह पर मारा है। तुम्हारे एम्पायर भी पकड़े गए, तुम्हारे सहूलतकार भी पकड़े गए, तुम्हारी जालसाजी भी पकड़ी गई। पूरी दुनिया ने लाइव टीवी पर देखी। संयुक्त राष्ट्र ने यूक्रेन के लोगों और शरणार्थियों की मदद के लिए $4.2 अरब देने की अपील की। इस रकम के विचों $3.1 अरब की सहायता यूक्रेन अंदर रह रहे 85 लाख लोगों और बाकी की रकम शरणार्थियों लिए होगी। संयुक्त राष्ट्र वालों जारी बयान के विच कहा गया है कि ताज़ा हमलों और कड़ाके की ठंड ने मनुखी सहायता की लोड़ वधा दी है।
ਯੂਕਰੇਨ ਦੇ ਵਿੱਚ 29 ਦਸੰਬਰ ਤੋਂ 2 ਜਨਵਰੀ ਦੇ ਵਿਚਕਾਰ ਰੂਸ ਨੇ 500 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਨੇ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਦੇਸ਼ ਦੇ 1 ਕਰੋੜ 40 ਲੱਖ ਲੋਕਾਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਹੈ, ਜਿਨ੍ਹਾਂ ਵਿੱਚੋਂ ਕਰੀਬ 63 ਲੱਖ ਲੋਕ ਯੂਕਰੇਨ ਛੱਡ ਕੇ ਚਲੇ ਗਏ ਨੇ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਹਜ਼ਾਰਾਂ ਬੱਚੇ ਜੰਗ ਦੇ ਕਾਰਨ ਡਰੇ ਹੋਏ ਨੇ ਅਤੇ ਉਹ ਬੁਨਿਆਦੀ ਲੋੜਾਂ ਤੋਂ ਮਹਿਰੂਮ ਹਨ। ਉਨ੍ਹਾਂ ਕਿਹਾ ਹੈ ਕਿ ਘਰਾਂ, ਸਕੂਲਾਂ ਅਤੇ ਹਸਪਤਾਲਾਂ ਉੱਤੇ ਵਾਰ-ਵਾਰ ਹਮਲੇ ਹੋ ਰਹੇ ਨੇ। ਇਸ ਤੋਂ ਇਲਾਵਾ ਪਾਣੀ, ਗੈਸ ਅਤੇ ਬਿਜਲੀ ਪ੍ਰਣਾਲੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। Also, turning to Ukraine, we and our partners today appealed at an event in Geneva for a combined $4.2 billion this year to support war-affected communities in Ukraine, Ukrainian refugees, and their host communities in the region. We need $3.1 billion to help 8.5 million people inside the country and $1.1 billion to support 2.3 million refugees and their host communities. Nearly 2 years since the war's rapid escalation, 14.6 million people need humanitarian aid in Ukraine. That's about 40% of Ukraine's population. Some 6.3 million people have fled the country and remain refugees. Most of them have stayed in Europe. The Undersecretary General for Humanitarian Affairs, Martin Griffiths, stressed at the event the profound impact of the war on children, saying that this alone should compel a collective effort to significantly increase humanitarian assistance to Ukraine. He also emphasized that the war continues unabated. The very fabric of Ukrainian society is under attack with devastating consequences. For his part, the High Commissioner for Refugees, Filippo Grandi, said that although the plight of millions of Ukrainian refugees is no longer in the headlines, they still need our urgent support, adding that host countries continue to extend protection, including them in society, but many vulnerable refugees still need help. For its part on the ground, the Office of the Coordination of Humanitarian Affairs tells us that attacks are continuing across Ukraine. Yesterday alone, some 40 homes, several education facilities, and other civilian infrastructures were reportedly damaged, and several civilians injured in the front lines of Donetsk and Kherson regions. That's according to what national authorities are telling us. The recent wave of attacks underscores the devastating civilian cost of the war and with winter ratcheting up, urgent need for life-saving humanitarian aid, and we hope that donors will contribute in cash generously to the appeal launched today. ਅਫਗਾਨਿਸਤਾਨ ਦੇ ਪੱਛਮੀ ਖੇਤਰ ਦੇ ਵਿੱਚ ਆਏ ਭਿਆਨਕ ਭੂਚਾਲ ਦੇ ਕਾਰਨ 3 ਮਹੀਨਿਆਂ ਬਾਅਦ ਵੀ 1 ਲੱਖ ਬੱਚਿਆਂ ਨੂੰ ਮਦਦ ਦੀ ਸਖਤ ਲੋੜ ਹੈ। ਬੱਚਿਆਂ ਦੇ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਨੀਸੇਫ ਨੇ ਇਹ ਜਾਣਕਾਰੀ ਦਿੱਤੀ ਹੈ। ਯੂਨੀਸੇਫ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਹੈਰਾਤ ਸੂਬੇ ਦੇ ਵਿੱਚ 7 ਅਕਤੂਬਰ ਨੂੰ 6.3 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਕੁਝ ਦਿਨ ਬਾਅਦ 11 ਅਕਤੂਬਰ ਨੂੰ ਉਸੇ ਸੂਬੇ ਦੇ ਵਿੱਚ ਦੂਜਾ ਭੂਚਾਲ ਆਇਆ, ਜਿਸ ਦੇ ਵਿੱਚ 1000 ਤੋਂ ਵੱਧ ਲੋਕ ਮਾਰੇ ਗਏ। ਅਫਗਾਨਿਸਤਾਨ ਦੇ ਵਿੱਚ ਯੂਨੀਸੇਫ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਪੱਛਮੀ ਅਫਗਾਨਿਸਤਾਨ ਵਿੱਚ ਭੂਚਾਲ ਦੇ 100 ਦਿਨ ਬਾਅਦ ਵੀ ਇਨ੍ਹਾਂ ਪਿੰਡਾਂ ਦੇ ਲੋਕ ਅਜੇ ਵੀ ਦਰਦ ਵਿੱਚ ਹਨ। ਪਰਿਵਾਰਾਂ ਨੇ ਲਗਭਗ ਸਭ ਕੁਝ ਗਵਾ ਦਿੱਤਾ ਹੈ। ਬੱਚੇ ਅਜੇ ਵੀ ਨੁਕਸਾਨ ਅਤੇ ਦੁਖਾਂਤ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਕੂਲ ਅਤੇ ਸਿਹਤ ਕੇਂਦਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ। ਇਸ ਦੇ ਨਾਲ ਹੀ ਸਰਦੀ ਦਾ ਮੌਸਮ ਹੈ ਅਤੇ ਪਾਰਾ 0 ਤੋਂ ਹੇਠਾਂ ਚਲਾ ਗਿਆ ਹੈ। ਉਹਨਾਂ ਕਿਹਾ ਹੈ ਕਿ ਬੇਘਰ ਬੱਚੇ ਅਤੇ ਪਰਿਵਾਰ ਰਾਤ ਨੂੰ ਜਾਨਲੇਵਾ ਸਥਿਤੀਆਂ ਵਿੱਚ ਰਹਿੰਦੇ ਨੇ ਅਤੇ ਉਹਨਾਂ ਕੋਲ ਆਪਣੇ ਅਸਥਾਈ ਕੈਂਪਾਂ ਨੂੰ ਗਰਮ ਕਰਨ ਦਾ ਕੋਈ ਵੀ ਸਾਧਨ ਨਹੀਂ ਹੈ। And the UN Children's Fund said today that it is concerned about the survival of 96,000 children in Afghanistan impacted by the earthquake that struck the country over 3 months ago. It called for greater health care, clean water and sanitation services amidst the harsh winter conditions. UNICEF has already done a lot in support of the victims in the aftermath, but much more needs to be done. They confirmed the rehabilitation work on destroyed classrooms will begin shortly. In the meantime, it has set up 61 temporary learning spaces, 61 child-friendly spaces, where almost 3,400 children, more than half of them girls, are able to continue basic education. We will have one of our half-baked quizzes today. This time we honor a particular bread because we are, quote, on a roll. Yes, these are all very,
very bad jokes. In 2014, UNESCO inscribed lavash bread on its list of intangible cultural heritage of humanity. Lavash bread is known as a culinary tradition. Which country? South Caucasus. ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਗਾਜ਼ਾ ਵਿੱਚ ਨਾਗਰਿਕਾਂ ਤੱਕ ਸੁਰੱਖਿਅਤ ਅਤੇ ਪੂਰੇ ਪੈਮਾਨੇ ਉੱਤੇ ਮਦਦ ਪਹੁੰਚਾਉਣ ਦੇ ਲਈ ਬੁਨਿਆਦੀ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ। ਉਨ੍ਹਾਂ ਕਿਹਾ ਕਿ ਜੰਗਬੰਦੀ ਰਾਹੀਂ ਹੀ ਇਸ ਸੰਕਟ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਹ ਗੱਲ ਕਹੀ। ਸਕੱਤਰ ਜਨਰਲ ਨੇ ਗਾਜ਼ਾ ਪੱਟੀ ਵਿੱਚ ਹਿੰਸਕ ਸੰਘਰਸ਼ ਦੇ ਨਤੀਜੇ ਵਜੋਂ ਆਮ ਨਾਗਰਿਕਾਂ ਦੀ ਮੌਤ ਅਤੇ ਵਿਨਾਸ਼ਕਾਰੀ ਸਥਿਤੀ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਹੈ ਕਿ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਦੇ ਵਿੱਚ ਹਮਾਸ ਅਤੇ ਹੋਰ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾ ਲਿਆ ਗਿਆ ਸੀ, ਜਿਨ੍ਹਾਂ ਨੂੰ ਤੁਰੰਤ ਅਤੇ ਬਿਨਾਂ ਕਿਸੇ ਸ਼ਰਤ ਦੇ ਰਿਹਾ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਫੌਜ ਦੀਆਂ ਕਾਰਵਾਈਆਂ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਜ਼ਰਾਈਲ ਦੇ ਹਮਲਿਆਂ ਨੇ ਗਾਜ਼ਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗਾਜ਼ਾ ਵਿੱਚ ਕੋਈ ਵੀ ਥਾਂ ਸੁਰੱਖਿਅਤ ਨਹੀਂ ਰਹੀ ਅਤੇ ਇਜ਼ਰਾਈਲ ਦੇ ਵੱਲੋਂ ਆਮ ਲੋਕਾਂ ਦੀਆਂ ਜਾਨਾਂ ਦੀ ਪਰਵਾਹ ਨਾ ਕਰਨਾ ਬੇहद ਚਿੰਤਾਜਨਕ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 7 ਅਕਤੂਬਰ ਤੋਂ ਸ਼ੁਰੂ ਹੋਈ ਜੰਗ ਦੇ ਵਿੱਚ ਹੁਣ ਤੱਕ 1200 ਇਜ਼ਰਾਈਲੀ ਨਾਗਰਿਕਾਂ ਤੋਂ ਇਲਾਵਾ ਹਮਾਸ ਅਤੇ ਹੋਰ ਸੰਗਠਨਾਂ ਦੇ 1000 ਤੋਂ ਵੱਧ ਲੜਾਕੇ, 23000 ਤੋਂ ਵੱਧ ਫਲਸਤੀਨੀ ਨਾਗਰਿਕ ਅਤੇ 500 ਤੋਂ ਵੱਧ ਇਜ਼ਰਾਈਲੀ ਫੌਜੀ ਮਾਰੇ ਜਾ ਚੁੱਕੇ ਨੇ। The accounts of sexual violence committed by Hamas and others on October 7th must be rigorously investigated and prosecuted. Nothing can justify the deliberate killing, injuring and kidnapping of civilians or the launching of rockets towards civilian targets. At the same time, the onslaught on Gaza by Israeli forces over these 100 days has unleashed wholesale destruction and levels of civilian killings at a rate that is unprecedented during my years as Secretary General. And the vast majority of those killed are women and children. Nothing can justify the collective punishment of the Palestinian people. The humanitarian situation in Gaza is beyond words. Nowhere and no one is safe. Traumatized people are being pushed into increasingly limited areas in the south that are becoming intolerably and dangerously congested. While there have been some steps to increase the flow of humanitarian assistance into Gaza, life-saving relief is not getting to people who have endured months of relentless assault at anywhere near the scale needed. The long shadow of starvation is stalking the people of Gaza, along with disease, malnutrition, and other health threats. And I'm deeply troubled by the clear violation of international humanitarian law that we are witnessing. Last week, Under Secretary General Sigrid Kaag began her work as Senior Humanitarian and Reconstruction Coordinator for Gaza, in line with Security Council Resolution 2720. I ask all states and parties to the conflict for their full cooperation, as she also works with members of the Security Council and regional actors to deliver on the mandate set in the resolution. An effective aid operation in Gaza or anywhere else requires certain basics. It requires security. It requires an environment where staff can work in safety. It requires the necessary logistics and the resumption of commercial activity. The obstacles to aid are clear, and they have been identified not only by the UN, but by officials from around the globe who have seen the situation for themselves. ਫਰਾਂਸ ਨੇ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਲਈ ਵਿਦੇਸ਼ੀ ਇਮਾਮਾਂ ਦੇ ਦੇਸ਼ ਵਿੱਚ ਦਾਖਲ ਹੋਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਇਹ ਹੁਕਮ ਇਸ ਸਾਲ ਜਨਵਰੀ ਤੋਂ ਲਾਗੂ ਹੋ ਗਿਆ ਹੈ। ਇਸ ਵਿੱਚ ਵਿਦੇਸ਼ਾਂ ਤੋਂ ਭੁਗਤਾਨ ਲੈਣ ਵਾਲੇ ਵਿਦੇਸ਼ੀ ਇਮਾਮਾਂ ਨੂੰ ਫਰਾਂਸ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਫਰਾਂਸ ਹੁਣ ਸਥਾਨਕ ਪੱਧਰ ਉੱਤੇ ਇਮਾਮਾਂ ਨੂੰ ਸਿਖਲਾਈ ਦੇਵੇਗਾ।
ਪਿਛਲੇ ਕੁਝ ਸਾਲਾਂ ਵਿੱਚ ਫਰਾਂਸ ਦੇ ਅੰਦਰ ਕੱਟੜਵਾਦ ਨੂੰ ਹੱਲਾਸ਼ੇਰੀ ਦੇਣ ਦੇ ਵਿੱਚ ਵਿਦੇਸ਼ੀ ਇਮਾਮਾਂ ਦੀ ਭੂਮਿਕਾ ਸਾਹਮਣੇ ਆਈ ਹੈ। ਉਦੋਂ ਤੋਂ ਇਮੈਨੂਅਲ ਮੈਕਰੋਨ ਦੀ ਸਰਕਾਰ ਨੇ ਧਾਰਮਿਕ ਸਹਿਣਸ਼ੀਲਤਾ ਬਣਾਈ ਰੱਖਣ ਲਈ ਇਹ ਕਦਮ ਚੁੱਕਣ ਦਾ ਐਲਾਨ ਕੀਤਾ। ਪਿਛਲੇ ਸਾਲ ਹੀ ਫਰਾਂਸ ਇੱਕ ਵੱਡੇ ਦੰਗੇ ਦੀ ਲਪੇਟ ਵਿੱਚ ਆ ਗਿਆ ਸੀ, ਜਿਸ ਦੇ ਲਈ ਸ਼ਰਨਾਰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇੱਕ ਰਿਪੋਰਟ ਦੇ ਅਨੁਸਾਰ 1 ਅਪ੍ਰੈਲ 2024 ਤੋਂ ਬਾਅਦ ਦੇਸ਼ ਦੇ ਵਿੱਚ ਪਹਿਲਾਂ ਤੋਂ ਮੌਜੂਦ ਵਿਦੇਸ਼ੀ ਇਮਾਮ ਹੁਣ ਆਪਣੀ ਇਮੀਗ੍ਰੇਸ਼ਨ ਸਥਿਤੀ ਦੀਆਂ ਮੌਜੂਦਾ ਸ਼ਰਤਾਂ ਦੇ ਅਧੀਨ ਨਹੀਂ ਰਹਿ ਸਕਣਗੇ। ਨਵੀਂ ਨੀਤੀ ਵਿਆਪਕ ਤੌਰ ਉੱਤੇ ਵਿਦੇਸ਼ਾਂ ਤੋਂ ਲਗਭਗ 300 ਜਾਂ ਇਸ ਤੋਂ ਵੱਧ ਇਮਾਮਾਂ ਉੱਤੇ ਲਾਗੂ ਹੋਵੇਗੀ, ਜੋ ਮੁੱਖ ਰੂਪ ਤੋਂ ਅਲਜੀਰੀਆ, ਤੁਰਕੀ ਅਤੇ ਮੋਰੋਕੋ ਤੋਂ ਆਏ ਹਨ। ਨਵੀਂ ਨੀਤੀ ਦੀ ਘੋਸ਼ਣਾ ਤੁਰਕੀ ਅਤੇ ਅਲਜੀਰੀਆ ਨੂੰ ਭੇਜੀ ਗਈ ਸੀ। ਉੱਥੇ ਹੀ ਫਰਾਂਸ ਵਿੱਚ ਰਹਿਣ ਵਾਲੇ ਵਿਦੇਸ਼ੀ ਇਮਾਮਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ, ਪਰ ਜੇਕਰ ਵਿਦੇਸ਼ੀ ਇਮਾਮ ਵਿਦੇਸ਼ਾਂ ਤੋਂ ਫੰਡ ਲੈਣ ਦੀ ਬਜਾਏ ਫ੍ਰੈਂਚ ਮੁਸਲਿਮ ਐਸੋਸੀਏਸ਼ਨ ਤੋਂ ਭੁਗਤਾਨ ਲੈਣਾ ਸ਼ੁਰੂ ਕਰ ਦੇਣ ਤਾਂ ਉਹਨਾਂ ਨੂੰ ਫਰਾਂਸ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜਰਮਨੀ ਦੇ ਵਿੱਚ ਕਿਸਾਨ ਸਰਕਾਰ ਖਿਲਾਫ ਸੜਕਾਂ ਉੱਤੇ ਨੇ। ਇਹ ਕਿਸਾਨ ਟੈਕਸ ਦੇ ਵਾਧੇ ਦਾ ਵਿਰੋਧ ਕਰ ਰਹੇ ਨੇ, ਪਰ ਹੁਣ ਕਿਸਾਨਾਂ ਦੇ ਰੋਸ ਨੂੰ ਲੈ ਕੇ ਸਰਕਾਰ ਨੇ ਇਹ ਕਹਿ ਦਿੱਤਾ ਹੈ ਕਿ ਉਹਨਾਂ ਕੋਲ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਲਈ ਪੈਸੇ ਨਹੀਂ ਨੇ। ਜਰਮਨੀ ਦੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਸੰਘੀ ਬਜਟ ਤੋਂ ਕੋਈ ਸਬਸਿਡੀ ਦੇਣ ਦਾ ਵਾਅਦਾ ਨਹੀਂ ਕਰ ਸਕਦਾ, ਪਰ ਅਸੀਂ ਤੁਹਾਡੀ ਆਜ਼ਾਦੀ ਅਤੇ ਸਨਮਾਨ ਨਾਲ ਕੰਮ ਕਰਨ ਦੇ ਤੁਹਾਡੇ ਅਧਿਕਾਰ ਦੀ ਲੜਾਈ ਦੇ ਵਿੱਚ ਤੁਹਾਡੇ ਨਾਲ ਹਾਂ। ਪੰਜਾਬ ਦੇ ਕਿਸਾਨਾਂ ਵਾਂਗ ਜਰਮਨੀ ਦੇ ਵਿੱਚ ਵੀ ਵੱਡੀ ਕਿਸਾਨ ਲਹਿਰ ਚੱਲ ਰਹੀ ਹੈ, ਜਿਸ ਕਾਰਨ ਕਿਸਾਨ ਟਰੈਕਟਰ ਲੈ ਕੇ ਸੜਕਾਂ ਉੱਤੇ ਆ ਚੁੱਕੇ ਨੇ। ਰਾਜਧਾਨੀ ਬਰਲਿਨ ਸਮੇਤ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਟਰੈਕਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ। ਕਿਸਾਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਨੇ, ਜਿਸ ਕਾਰਨ ਆਵਾਜਾਈ ਦੇ ਵਿੱਚ ਰੁਕਾਵਟ ਹੈ। ਕਿਸਾਨਾਂ ਦੇ ਵਿਰੋਧ ਦਾ ਜਰਮਨੀ ਸਮੇਤ ਯੂਰਪ ਦੇ ਕਈ ਦੇਸ਼ਾਂ ਉੱਤੇ ਅਸਰ ਪੈ ਰਿਹਾ ਹੈ। ਦਰਅਸਲ ਦੇਸ਼ ਦੇ ਕਿਸਾਨ ਸਰਕਾਰ ਦੇ ਵੱਲੋਂ ਸਬਸਿਡੀ ਦੇ ਵਿੱਚ ਕੀਤੀ ਗਈ ਕਟੌਤੀ ਤੋਂ ਨਾਰਾਜ਼ ਹਨ, ਜਿਸ ਕਾਰਨ ਉਹ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਇਸ ਦੌਰਾਨ ਕਿਸਾਨਾਂ ਨੇ ਸੜਕਾਂ ਉੱਤੇ ਰੂੜੀ ਵਿਛਾ ਦਿੱਤੀ ਹੈ ਅਤੇ ਟਰੈਕਟਰਾਂ ਅਤੇ ਟਰਾਲੀਆਂ ਦੇ ਨਾਲ ਸੜਕਾਂ ਜਾਮ ਕਰ ਦਿੱਤੀਆਂ। ਜਰਮਨੀ ਦੇ ਸਾਰੇ 16 ਰਾਜਾਂ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਟਰੈਕਟਰਾਂ ਦੇ ਕਾਫਲਿਆਂ ਨਾਲ ਸੜਕਾਂ ਉੱਤੇ ਚੱਲ ਰਹੇ ਨੇ। ਇਸ ਦੌਰਾਨ ਪੁਲਿਸ ਦੇ ਨਾਲ ਟਕਰਾਅ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਹੋਰ ਤਿੱਖਾ ਰੁਖ ਅਖਤਿਆਰ ਕਰਨਗੇ। ਜਰਮਨ ਸਰਕਾਰ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦੇ ਵਿੱਚ ਕਟੌਤੀ ਕਰ ਦਿੱਤੀ ਸੀ। ਖੇਤੀਬਾੜੀ ਦੇ ਵਿੱਚ ਵਰਤੇ ਜਾਣ ਵਾਲੇ ਡੀਜ਼ਲ ਉੱਤੇ ਟੈਕਸ ਰਿਫੰਡ ਅਤੇ ਟਰੈਕਟਰਾਂ ਉੱਤੇ ਟੈਕਸ ਛੋਟ ਖਤਮ ਕਰ ਦਿੱਤੀ ਗਈ ਹੈ। ਇਸ ਦੇ ਲਈ ਸਰਕਾਰੀ ਪੈਸੇ ਦੀ ਬਚਤ ਦਾ ਹਵਾਲਾ ਦਿੱਤਾ ਗਿਆ ਹੈ। ਸਰਕਾਰ ਅਸਲ ਦੇ ਵਿੱਚ ਕਿਸਾਨਾਂ ਨੂੰ ਹਰ ਸਾਲ ਦਿੱਤੀ ਜਾਣ ਵਾਲੀ ਸਬਸਿਡੀ ਤੋਂ ਲਗਭਗ 90 ਕਰੋੜ ਯੂਰੋ ਬਚਾਉਣਾ ਚਾਹੁੰਦੀ ਹੈ। ਕਿਸਾਨਾਂ ਦੀ ਮੰਗ ਹੈ ਕਿ ਸਬਸਿਡੀ ਦੇ ਵਿੱਚ ਕੀਤੀ ਗਈ ਕਟੌਤੀ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ। ਕਿਸਾਨਾਂ ਨੇ ਇਸ ਮੰਗ ਨੂੰ ਲੈ ਕੇ ਪਿਛਲੇ ਸਾਲ 18 ਦਸੰਬਰ ਨੂੰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਜਰਮਨੀ ਦੇ ਵਿੱਚ ਇਸ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਜਿੱਤ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਸੱਜੇ ਪੱਖੀ ਪਾਰਟੀ AfD ਨੇ ਕਿਸਾਨਾਂ ਦੇ ਇਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਪਾਰਟੀ ਇਸ ਪ੍ਰਦਰਸ਼ਨ ਨੂੰ ਮੌਜੂਦਾ ਸਰਕਾਰ ਪ੍ਰਤੀ ਜਰਮਨ ਲੋਕਾਂ ਦੀ ਅਸੰਤੁਸ਼ਟੀ ਦੇ ਸਬੂਤ ਵਜੋਂ ਵਰਤ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਸਮੇਂ ਦੁਵਿਧਾ ਵਿੱਚ ਹੈ। ਜੇਕਰ ਉਹ ਇਹ ਕਟੌਤੀ ਵਾਪਸ ਲੈ ਲੈਂਦੀ ਹੈ ਤਾਂ ਇਹ ਉਹਨਾਂ ਲਈ ਠੀਕ ਨਹੀਂ ਹੋਵੇਗਾ। ਸਰਕਾਰ ਦੀ ਸਮੱਸਿਆ ਇਹ ਹੈ ਕਿ ਇਸਨੇ ਪਹਿਲਾਂ ਹੀ ਲੋਕਾਂ ਦੇ ਭਰੋਸੇ ਦੇ ਨਾਲ ਖਿਲਵਾੜ ਕੀਤਾ ਹੈ। ਜਰਮਨੀ ਦੀ ਖੂਫੀਆ ਏਜੰਸੀ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਸੱਜੇ ਪੱਖੀ ਕੱਟੜਪੰਥੀ ਇਸ ਪ੍ਰਦਰਸ਼ਨ ਦਾ ਫਾਇਦਾ ਉਠਾ ਸਕਦੇ ਨੇ। ਇਹ ਕੱਟੜਪੰਥੀ ਇਹਨਾਂ ਪ੍ਰਦਰਸ਼ਨਾਂ ਨੂੰ ਹਾਈਜੈਕ ਕਰਨ ਦੀ ਯੋਜਨਾ ਬਣਾ ਰਹੇ ਨੇ। ਅਜਿਹੇ ਇਲਜ਼ਾਮ ਲਾਏ ਜਾ ਰਹੇ ਨੇ। ਬਿਊਰੋ ਰਿਪੋਰਟ। ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰ ਨਿੱਕੀ ਹੈਲੀ ਨੇ ਕਿਹਾ ਹੈ ਕਿ ਉਹ ਰਿਪਬਲਿਕਨ ਵੋਟਰਾਂ ਦੀ ਇੱਕੋ ਇੱਕ ਉਮੀਦ ਹੈ ਜੋ ਟਰੰਪ ਅਤੇ ਬਾਈਡਨ ਵਿਚਾਲੇ ਸੰਭਾਵੀ ਟਕਰਾਅ ਨੂੰ ਰੋਕ ਸਕਦੀ ਹੈ। ਨਿੱਕੀ ਹੈਲੀ ਨੇ ਕਿਹਾ ਹੈ ਕਿ ਟਰੰਪ ਅਤੇ ਬਾਈਡਨ ਦੇ ਵਿਚਾਲੇ 2024 ਦਾ ਮੁਕਾਬਲਾ ਇੱਕ ਡਰਾਉਣਾ ਸੁਪਨਾ ਹੋਵੇਗਾ ਅਤੇ ਸਿਰਫ ਉਹ ਹੀ ਇਸ ਨੂੰ ਟਾਲ ਸਕਦੀ ਹੈ। ਨਿੱਕੀ ਹੈਲੀ ਨੇ ਆਇਓਵਾ ਕਾਕਸ ਦੇ ਨਤੀਜਿਆਂ ਤੋਂ ਬਾਅਦ ਇਹ ਗੱਲ ਕਹੀ। ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਹੈਲੀ ਨੇ ਕਿਹਾ ਹੈ ਕਿ ਸਾਡੀ ਮੁਹਿੰਮ ਹੀ ਅਜਿਹੀ ਉਮੀਦ ਹੈ ਜੋ ਟਰੰਪ ਬਾਈਡਨ ਦੇ ਮੁਕਾਬਲੇ ਨੂੰ ਰੋਕ ਸਕਦੀ ਹੈ। ਜੇਕਰ ਟਰੰਪ ਅਤੇ ਬਾਈਡਨ ਦੇ ਵਿਚਾਲੇ ਇੱਕ ਵਾਰ ਫਿਰ ਮੁਕਾਬਲਾ ਹੁੰਦਾ ਹੈ ਤਾਂ ਇਸ ਵਾਰ ਵੱਡੀ ਟੱਕਰ ਹੋਵੇਗੀ। And here's another one. I voted for Donald Trump twice.
I was proud to serve in his administration. But when I say more of the same, you know what I'm talking about. It's both Donald Trump and Joe Biden. They have more in common than you think. 70% of Americans don't want another Trump-Biden rematch. A majority disapprove of both of them. Trump and Biden are both about 80 years old. Trump and Biden both put our country trillions of dollars deeper in debt, and our kids will never forgive them for it. Trump and Biden both lack a vision for our country's future because both are consumed by the past, by investigations, by vendettas, by grievances. America deserves better. A new direction under new conservative leadership. We deserve a president who will focus on the needs of our people, not on themselves. A president who will rebuild our economy, close our border, and stand up to our enemies. Most importantly, we deserve a president who will stop our self-loathing, end division and fear, and make America strong and proud. ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ। ਤੈਨੂੰ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।